ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਭੇ ਸਾਂਝੀ ਵਾਲ ਮੁਹਿੰਮ ਦੇ YouTube ਚੈਨਲ ਨੂੰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਾਸ ਤਰਨਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਚਰਚਾ ਦਾ ਜੋ ਵਿਸ਼ੇ ਹੈ ਉਹ ਹੈ ਧਰਮ। ਔਰ ਅੱਜ ਸਾਡੇ ਨਾਲ ਚਰਚਾ ਕਰਨ ਲਈ ਫਿਰ ਤੋਂ ਜੁੜੇ ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਅੱਜ ਦਾ ਪਹਿਲਾ ਪ੍ਰਸ਼ਨ ਤੁਹਾਨੂੰ ਇਹੀ ਹੋਏਗਾ ਕਿ ਗੁਰਮਤਿ ਅਤੇ ਗੁਰਬਾਣੀ ਦੇ ਅਨੁਸਾਰ ਧਰਮ ਕੀ ਹੈ ਅਤੇ ਧਰਮ ਦੇ ਕੀ ਅਰਥ ਕੀਤੇ ਜਾ ਸਕਦੇ ਨੇ। ਸੰਖੇਪ ਜੇ ਸ਼ਬਦਾਂ ਵਿੱਚ ਜੇ ਧਰਮ ਨੂੰ ਸਮਝਣਾ ਹੋਵੇ ਤਾਂ ਧਰਮ ਦੀ ਅਸੀਂ ਵਿਆਖਿਆ ਕਰ ਸਕਦੇ ਹਾਂ ਕਿ ਇੱਕ ਆਦਰਸ਼ਕ ਜੀਵਨ ਨੂੰ ਕਹਿ ਸਕਦੇ ਹਾਂ ਕਿ ਧਰਮ। ਪਰ ਬਹੁਤ ਸਾਰੇ ਸੰਸਾਰ ਅੰਦਰ ਅਸੀਂ ਦੇਖਦੇ ਹਾਂ ਕਿ ਧਰਮ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਆ। ਇਹਦੇ ਅਰਥ ਹੁੰਦੇ ਨੇ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੋਣ ਕਰਕੇ ਇਹਦੇ ਅਰਥ ਆਸਰਾ ਵੀ ਜਿਹੜੇ ਕੀਤੇ ਜਾਂਦੇ ਨੇ। ਇਸ ਦੇ ਅਰਥ ਫਰਜ਼, ਕਿਉਂਕਿ ਬਹੁਤ ਵਾਰ ਕਹਿ ਦਿੱਤਾ ਜਾਂਦਾ ਹੈ ਕਿ ਫਰਜ਼ਾਂ ਦੀ ਪਹਿਚਾਣ ਕਰਨਾ ਇਹ ਵੀ ਧਰਮ ਹੈ। ਭਾਈ ਸਾਹਿਬ ਤੁਸੀਂ ਪੁੱਛਿਆ ਗੁਰਮਤਿ ਦੇ ਅਨੁਸਾਰ ਧਰਮ ਕੀ ਹੈ, ਪਰ ਸੰਸਾਰ ਅੰਦਰ ਜਦੋਂ ਅਸੀਂ ਵੇਖਦੇ ਹਾਂ ਬਹੁਤ ਸਾਰੇ ਧਰਮ ਆ। ਹਿੰਦੂ ਧਰਮ ਆ, ਬੌਧ ਧਰਮ ਆ, ਜੈਨ ਧਰਮ ਆ, ਈਸਾਈ ਧਰਮ ਆ ਔਰ ਸਿੱਖ ਧਰਮ ਆਦਿ ਸ਼ਬਦ ਜਿਹੜੇ ਅਸੀਂ ਵਰਤਦੇ ਉਹਨਾਂ ਦਾ ਜਿਹੜਾ ਧਾਰਮਿਕ ਪਹਿਰਾਵਾ ਵੀ ਵੱਖੋ ਵੱਖਰਾ ਹੈ। ਸੰਸਾਰ ਵਿੱਚ ਵਿਚਰਨ ਦੇ ਢੰਗ ਜਿਹੜੇ ਨੇ ਪ੍ਰਭੂ ਪਰਮਾਤਮਾ ਨੂੰ ਮਨਾਉਣ ਦੇ ਜਾਂ ਪ੍ਰਭੂ ਪਰਮਾਤਮਾ ਨੂੰ ਮੰਨਣ ਦੇ ਢੰਗ ਤਰੀਕੇ ਵੱਖਰੇ ਨੇ। ਸਭ ਦਾ ਜਿਹੜਾ ਵਿਚਾਰਕ ਪੱਖ ਹੈ ਸਭ ਦਾ ਵੱਖਰਾ ਹੈ, ਪਰ ਅਸੀਂ ਉਹਨਾਂ ਨੂੰ ਬਹੁਤ ਵਾਰ ਧਰਮ ਕਹਿੰਦੇ ਹਾਂ। ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਜਦੋਂ ਸੁਖਮਨੀ ਸਾਹਿਬ ਵਿੱਚ ਧਰਮ ਦੀ ਵਿਆਖਿਆ ਸਤਿਗੁਰੂ ਜੀ ਨੇ ਖੁਦ ਕੀਤੀ ਹੈ ਤਾਂ ਉਸ ਵਕਤ ਉਹਨਾਂ ਨੇ ਸ਼ਬਦ ਵਰਤਿਆ ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਉਦੋਂ ਜਦੋਂ ਸਾਰੇ ਧਰਮਾਂ ਤੋਂ ਉੱਚਾ ਧਰਮ ਕਿਹੜਾ ਹੋ ਸਕਦਾ ਹੈ, ਜਦੋਂ ਇਹ ਪ੍ਰਸ਼ਨ ਉੱਠਿਆ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉੱਥੇ ਅਸਲੀ ਧਰਮ ਦੀ ਜਿਹੜੀ ਵਿਚਾਰ ਹੈ ਉਹ ਪੇਸ਼ ਕੀਤੀ, ਉਹ ਸਾਂਝੀ ਕੀਤੀ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਦੋ ਗੱਲਾਂ ਇੱਥੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖੀਆਂ ਨੇ ਧਰਮ ਦੀ ਵਿਆਖਿਆ ਕਰਨ ਵਕਤ। ਆਖਿਆ ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ ਉਹ ਹੈ ਕਿਹੜਾ ਧਰਮ ਜਿਹਦੇ ਵਿੱਚ ਹਰੀ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਏ ਅਤੇ ਨਿਰਮਲ ਕਰਮ ਕੀਤੇ ਜਾਣ। ਜਿਹਦੇ ਅੰਦਰ ਇਹ ਦੋ ਗੁਣ ਆ ਸਮਝੋ ਉਹਨੇ ਅਸਲੀ ਧਰਮ ਦੇ ਨਾਲ ਸਾਂਝ ਪਾ ਲਈ। ਉਹ ਕਿਹੜਾ ਧਰਮ ਹੈ? ਸਤਿਗੁਰੂ ਦੀ ਬਾਣੀ ਉਸ ਧਰਮ ਦੀ ਬੜੀ ਪਿਆਰੀ ਵਿਆਖਿਆ ਕਰਦੀ ਹੈ। ਉਹ ਧਰਮ ਹੈ ਇੱਕ ਉਹ ਧਰਮ ਦ੍ਰਿੜ੍ਹ ਸੱਚ ਕੋਈ। ਸੱਚ ਨੂੰ ਜੀਵਨ ਦੇ ਵਿੱਚ ਵਸਾਉਣਾ ਇਹ ਜਿਹੜਾ ਧਰਮ ਹੈ, ਇਹੀ ਤਾਂ ਮੇਨ ਮਕਸਦ ਹੈ ਸਤਿਗੁਰੂ ਜੀ ਦੀ ਬਾਣੀ ਦਾ। ਭਾਵੇਂ ਪਹਿਰਾਵਾ ਕਿਸੇ ਦਾ ਕੋਈ ਹੋਵੇ, ਪਹਿਰਾਵੇ ਨੂੰ ਭੇਸ ਨੂੰ ਕੋਈ ਮਾਣ ਨਹੀਂ। ਕਿਸੇ ਵੀ ਢੰਗ ਦਾ ਕਿਸੇ ਨੇ ਪਹਿਰਾਵਾ ਪਾਇਆ ਹੋਵੇ ਅਤੇ ਸਤਿਗੁਰੂ ਦੀ ਬਾਣੀ ਆਖਦੀ ਹੈ ਉਹ ਪਹਿਰਾਵਾ ਵਿਕਾਰਾਂ ਵਾਲੇ ਪਾਸੇ ਨਾ ਖੜਦਾ ਹੋਵੇ। ਕਿਸੇ ਵੀ ਤਰ੍ਹਾਂ ਦਾ ਕੋਈ ਖਾਣਾ ਖਾ ਰਿਹਾ ਹੋਵੇ ਪਰ ਸਤਿਗੁਰੂ ਦੀ ਬਾਣੀ ਆਖਦੀ ਆ ਕਿ ਉਹ ਜਿਹੜਾ ਖਾਣਾ ਹੈ ਉਹ ਮਨੁੱਖ ਨੂੰ ਵਿਕਾਰਾਂ ਵਾਲੇ ਪਾਸੇ ਨਾ ਲੈ ਕੇ ਜਾਏ। ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਧੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪਹਿਨਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਇਹ ਗੱਲ ਸਮਝਾਈ, ਇਹ ਦ੍ਰਿੜ ਕਰਵਾਈ ਕਿ ਭਾਈ ਤੇਰੀ ਜਿਹੜੀ ਜ਼ਿੰਦਗੀ ਹੈ ਤੇਰੀ ਇਹ ਬੜੀ ਦੁਰਲੱਭ ਹੈ। ਬਹੁਤ ਸਾਰੇ ਜੀਵ ਜੰਤੂ ਸੰਸਾਰ ਅੰਦਰ ਅਸੀਂ ਦੇਖਦੇ ਹਾਂ ਅਤੇ ਇਹ ਗੱਲ ਜਿਹੜੀ ਸਾਨੂੰ ਸਮਝਣ ਦੀ ਸਾਨੂੰ ਮੰਨਣ ਦੀ ਜ਼ਰੂਰਤ ਹੈ। ਵੇਖੋ ਕੰਨ ਪਸ਼ੂਆਂ ਨੂੰ ਵੀ ਮਿਲੇ, ਜ਼ੁਬਾਨ ਪਸ਼ੂਆਂ ਨੂੰ ਵੀ ਮਿਲੀ, ਅੱਖਾਂ ਪਸ਼ੂਆਂ ਨੂੰ ਵੀ ਮਿਲੀਆਂ, ਸੁੰਘਣ ਦੀ ਸ਼ਕਤੀ ਪਸ਼ੂਆਂ ਨੂੰ ਵੀ ਮਿਲੀ। ਵੇਖੋ ਤੁਸੀਂ ਉਹਨਾਂ ਨੂੰ ਕੋਈ ਚਾਰਾ ਪਾਉਂਦੇ ਜੇ ਨਾ ਪਸ਼ੂਆਂ ਨੂੰ, ਉਹ ਸੁੰਘ ਕੇ ਉਸ ਨੂੰ ਦੇਖ ਲੈਂਦੇ ਆ ਕਿ ਇਹ ਗਲਿਆ ਹੈ ਕਿ ਜਾਂ ਸਾਡੇ ਖਾਣ ਜੋਗਾ ਹੈ ਜਾਂ ਨਹੀਂ। ਉਹਨਾਂ ਨੂੰ ਇੰਨੀ ਸਮਝ ਹੈ। ਪਰ ਕਮਾਲ ਦੀ ਗੱਲ ਹੈ ਉਹ ਬੋਲ ਨਹੀਂ ਸਕਦੇ, ਉਹ ਸੁਣ ਤਾਂ ਲੈਂਦੇ ਆ ਪਰ ਉਹ ਸੁਣੀ ਹੋਈ ਵਿਚਾਰ ਨੂੰ ਉਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ। ਇਹ ਜਿਤਨੀਆਂ ਵੀ ਅਸੀਂ ਕਹਿ ਸਕਦੇ ਹਾਂ ਪਾਵਰਾਂ ਮਨੁੱਖ ਨੂੰ ਮਿਲੀਆਂ ਹੋਈਆਂ ਨੇ। ਦੁਰਲੱਭ ਜਨਮ ਇਸੇ ਕਰਕੇ ਆਖਿਆ ਕਿ ਮਾਨਸ ਜਨਮ ਦੁਰਲੱਭ ਗੁਰਮੁਖ ਪਾਇਆ। ਮਨ ਤਨ ਹੋਏ ਚੁਲੰਭ ਜੇ ਸਤਿਗੁਰ ਭਾਇਆ। ਚੱਲੇ ਜਨਮ ਸਵਾਰ ਵੱਖਰ ਸੱਚ ਲੈ ਕਿਵੇਂ ਸਵਾਰਿਆ ਜਾਵੇਗਾ। ਅਤੇ ਸਤਿਗੁਰੂ ਮਹਾਰਾਜ ਆਖਦੇ ਨੇ ਜਦੋਂ ਇੱਕੋ ਧਰਮ ਦ੍ਰਿੜ੍ਹ ਸੱਚ ਕੋਈ, ਜਦੋਂ ਕੋਈ ਮਨੁੱਖ ਸੱਚ ਨੂੰ ਆਪਣੀ ਜੀਵਨ ਦੇ ਵਿੱਚ ਦ੍ਰਿੜ੍ਹ ਕਰੇ। ਜਿਤਨੇ ਵੀ ਅਸੀਂ ਦੇਖਦੇ ਹਾਂ ਕਿ ਆਪਸ ਦੇ ਵਿੱਚ ਜਿਹੜੇ ਇਹ ਧਰਮ ਭਿੜ ਰਹੇ ਨੇ, ਝਗੜਾ ਕਰ ਰਹੇ ਨੇ, ਇਹ ਅਸਲ ਦੇ ਵਿੱਚ ਮਤ ਨੇ। ਬੁੱਧ ਧਰਮ ਦੇ ਵਿੱਚੋਂ ਮੈਂ ਆਪ ਜੀ ਨਾਲ ਗੱਲ ਸਾਂਝੀ ਕਰਨ ਲੱਗਾ ਕਿ ਜਿਵੇਂ ਮਹਾਤਮਾ ਬੁੱਧ ਨੇ ਜਿਸ ਤਰ੍ਹਾਂ ਦਾ ਧਰਮ ਸਾਂਝਾ ਕੀਤਾ, ਜਿਸ ਤਰ੍ਹਾਂ ਦੀ ਵਿਚਾਰ ਲੋਕਾਂ ਨੂੰ ਦ੍ਰਿੜ ਕਰਵਾਈ, ਉਹ ਧਰਮ ਬਣ ਗਿਆ। ਇਸ ਕਰਕੇ ਉਹ ਧਰਮ ਬੁੱਧ ਧਰਮ ਅਖਵਾਉਣ ਲੱਗ ਪਏ। ਮੁਹੰਮਦ ਸਾਹਿਬ ਨੇ ਜਿਸ ਤਰ੍ਹਾਂ ਦੀ ਵਿਚਾਰ ਪੇਸ਼ ਕੀਤੀ
ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੇ ਅਨੁਯਾਈ ਮੁਸਲਮਾਨ ਅਖਵਾਏ ਅਤੇ ਬਹੁਤ ਸਾਰੇ ਉਹਨਾਂ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਫਿਰਕੇ। ਹਿੰਦੂ ਧਰਮ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਬੜੇ ਬੜੇ ਦੇਵੀ ਦੇਵਤੇ ਨੇ, ਕੋਈ ਕ੍ਰਿਸ਼ਨ ਭਗਵਾਨ ਦੀ ਜਿਹੜਾ ਵਾ ਉਹ ਪੂਜਾ ਕਰ ਰਿਹਾ, ਇਹ ਹਿੰਦੂ ਧਰਮ ਦੀ ਵਿਚਾਰਧਾਰਾ ਹੈ। ਕੋਈ ਕ੍ਰਿਸ਼ਨ ਨੂੰ ਭਗਵਾਨ ਕਹਿ ਕੇ ਪੂਜ ਰਿਹਾ ਹੈ, ਕੋਈ ਰਾਮ ਨੂੰ ਭਗਵਾਨ ਕਹਿ ਕੇ ਪੂਜ ਰਿਹਾ ਹੈ, ਕੋਈ ਕਿਸੇ ਦੇਵੀ ਦੇਵਤੇ ਦੀ ਪੂਜਾ ਕਰ ਰਿਹਾ ਹੈ, ਕੋਈ ਅਗਨੀ ਦੇਵਤੇ ਦੀ ਪੂਜਾ ਕਰ ਰਿਹਾ ਹੈ, ਕੋਈ ਕਿਸੇ ਦੀ ਪੂਜਾ ਕਰ ਰਿਹਾ ਹੈ। ਜਾਣੀ ਕਿ ਇਹ ਮਤ ਨੇ, ਇਹ ਅੱਗੇ ਵਿਚਾਰਧਾਰਾ ਨੇ ਵੱਖੋ ਵੱਖਰੀਆਂ, ਜਿਨ੍ਹਾਂ ਨੂੰ ਜੋ ਕੋਈ ਜਿਸ ਤਰ੍ਹਾਂ ਜਿਸ ਨੂੰ ਵੀ ਮੰਨਣ ਦੀ ਜਿਹੜੀ ਉਹ ਕੋਸ਼ਿਸ਼ ਕਰੇ ਉਸੇ ਨੂੰ ਉਹ ਧਰਮ ਸਮਝ ਰਿਹਾ। ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਅੱਜ ਤੰਗ ਦਿਲੀ ਕਰਕੇ, ਤੰਗ ਸੋਚ ਕਰਕੇ ਸਿੱਖ ਜਗਤ ਦੇ ਅੰਦਰ ਵੀ ਇਹ ਵਿਚਾਰਧਾਰਾ ਆ ਰਹੀ ਹੈ। ਬਿਲਕੁਲ ਅਸੀਂ ਦੇਖਦੇ ਹਾਂ ਕਈ ਤਰ੍ਹਾਂ ਦੇ ਡੇਰੇ ਪੱਸਰ ਗਏ ਨੇ ਤੇ ਉਹਨਾਂ ਡੇਰਿਆਂ ਨੂੰ ਮੰਨਣ ਵਾਲਿਆਂ ਦੀ ਵਿਚਾਰਧਾਰਾ, ਮਰਿਆਦਾਵਾਂ ਸਭ ਵੱਖਰੀਆਂ ਨੇ। ਅਸੀਂ ਵੇਖਦੇ ਹਾਂ ਕਿ ਅੱਜ ਸਭ ਤੋਂ ਜ਼ਰੂਰੀ ਹੈ ਕਿ ਸਿੱਖ ਕੌਮ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਸਲੀ ਧਰਮ ਦੀ ਜਾਣਕਾਰੀ ਲੋਕਾਂ ਨੂੰ ਦੇਣੀ, ਉਹ ਕਿਹੜਾ ਧਰਮ, ਇੱਕੋ ਧਰਮ ਜਿਹੜਾ ਸੱਚ ਕੋਈ ਸੱਚ ਧਰਮ ਦੀ ਜਿਹੜੀ ਵਿਚਾਰਧਾਰਾ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਸੀ, ਅੱਜ ਉਹ ਆਪਸ ਦੇ ਵਿੱਚ ਤੰਗ ਦਿਲੀ ਕਰਕੇ ਇੱਕ ਦੂਜੇ ਦੇ ਨਾਲ ਖਹਿਬਾਜ਼ੀ ਜਿਹੜੀ ਕਰ ਰਹੇ ਨੇ। ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਵਿਚਾਰਧਾਰਾ ਦੇ ਵੱਖੋ ਵੱਖਰੀਆਂ ਵਿਚਾਰਧਾਰਾ, ਜਿਵੇਂ ਜਿਸ ਕਿਸੇ ਨੇ ਧਰਮ ਨੂੰ ਸਮਝਿਆ ਉਹ ਉਸੇ ਤਰ੍ਹਾਂ ਹੀ ਮਰਿਆਦਾ ਮੰਨ ਕੇ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਇਹ ਸੰਪਰਦਾਇ ਵਿਚਾਰਧਾਰਾਵਾਂ ਅਸੀਂ ਦੇਖਦੇ ਆਪਸ 'ਚ ਰਲਦੀਆਂ ਨਹੀਂ। ਉਹਦਾ ਕੀ ਕਾਰਨ ਹੈ? ਉਹਦਾ ਇਹੀ ਕਾਰਨ ਹੈ ਕਿ ਮਰਿਆਦਾਵਾਂ ਵੱਖੋ ਵੱਖਰੀਆਂ ਬਣਾ ਲਈਆਂ ਤੇ ਮਰਿਆਦਾਵਾਂ ਵੱਖੋ ਵੱਖਰੀਆਂ ਬਣਨ ਕਰਕੇ ਇਹ ਆਪਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਕਜੁੱਟ ਨਹੀਂ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਤੁੱਖ ਜਿਹੜੀ ਹੈ ਉਸ ਤੋਂ ਸਿੱਖਿਆ ਲੈ ਕੇ ਅਸੀਂ ਅਸਲੀ ਧਰਮ ਦੀ ਵਿਆਖਿਆ ਕਰ ਸਕਦੇ ਹਾਂ ਕਿ ਸਤਿਗੁਰੂ ਮਹਾਰਾਜ ਆਖਦੇ ਨੇ, ਇੱਕ ਸਿੱਖ ਨੂੰ ਸੰਬੋਧਿਤ ਹੋ ਕੇ ਕਿ ਭਲਿਆ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਵਿਛਾਏ। ਜਾਣੀ ਕਿ ਉੱਥੇ ਜਿਹੜੀ ਸਿੱਖਿਆ ਦਿੱਤੀ ਉਹ ਸਾਨੂੰ ਗੁਰਦੁਆਰੇ ਦੀ ਅਸਲ ਮਰਿਆਦਾ ਦੇ ਨਾਲ ਜੋੜਦੀ ਹੈ ਕਿ ਆਪਸ ਦੇ ਵਿੱਚ ਲੜਨਾ ਛੱਡੀਏ, ਆਪਸ ਦੇ ਵਿੱਚ ਭਿੜਨਾ ਛੱਡੀਏ, ਅਸੀਂ ਬੈਠ ਕਰਕੇ ਅਸਲੀ ਧਰਮ ਨੂੰ ਗੁਰਬਾਣੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ। ਅੱਜ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਸਿੱਖ ਕੌਮ ਆਪਸ ਦੇ ਵਿੱਚ ਕਿਵੇਂ, ਸਿੱਖ ਨੌਜਵਾਨ ਜਿਹੜੇ ਨੇ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਵਿਚਾਰਧਾਰਾ ਦੇ ਵਖਰੇਵੇਂ ਕਰਕੇ ਲੜਦੇ ਨੇ, ਝਗੜਦੇ ਨੇ, ਵੱਖੋ ਵੱਖਰੇ ਚੈਨਲ ਬਣਾ ਕੇ ਸਾਂਝੀਵਾਲਤਾ ਦੀ ਗੱਲ ਕਰਨ ਵਾਲੀ ਕੌਮ ਦੀ ਅੱਜ ਕੀ ਹਾਲਤ ਹੋ ਗਈ ਹੈ। ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸਿਧਾਂਤ ਨੂੰ ਨਹੀਂ ਸਮਝ ਸਕੇ, ਗੁਰੂ ਗ੍ਰੰਥ ਸਾਹਿਬ ਵਿੱਚ ਆਏ ਧਰਮ ਨੂੰ ਨਹੀਂ ਸਮਝ ਸਕੇ। ਤੇ ਇਸ ਕਰਕੇ ਜਿਹੜੇ ਲੋਕ ਧਰਮ ਦੇ ਵਿਰੋਧੀ ਸਨ, ਜਿਨ੍ਹਾਂ ਨੇ ਦੇਖਿਆ ਕਿ ਐਸਾ ਧਰਮ ਹੁੰਦਾ ਹੈ ਕਿ ਇਹ ਆਪਸ ਦੇ ਵਿੱਚ ਝਗੜਾ ਕਰਨ, ਜਦੋਂ ਵੇਖਿਆ ਕਿ ਧਰਮ ਦੇ ਨਾਂ 'ਤੇ ਜਿਹੜੇ ਕਰਮਕਾਂਡ, ਪਖੰਡ ਜਿਹੜੇ ਗੁਰਮਤਿ ਜਾਂ ਗੁਰਬਾਣੀ ਦੇ ਵਿਰੋਧੀ ਨੇ, ਅੱਜ ਸਿੱਖ ਜਗਤ ਦੇ ਅੰਦਰ, ਸਿੱਖ ਵਿਚਾਰਧਾਰਾ ਦੇ ਅੰਦਰ, ਗੁਰੂ ਨਾਨਕ ਦੇ ਘਰ ਦੇ ਅੰਦਰ ਇਹ ਆ ਗਏ ਕਰਮਕਾਂਡ, ਤਾਂ ਉਹਨਾਂ ਕਰਮਕਾਂਡਾਂ ਵੱਲ ਵੇਖ ਕੇ ਕੁਝ ਲੋਕਾਂ ਨੇ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਧਰਮ ਅਸਲ ਦੇ ਵਿੱਚ ਮਨੁੱਖਤਾ ਦਾ ਨਾਸ਼ ਕਰ ਰਿਹਾ। ਪਰ ਮੈਂ ਇੱਥੇ ਗੱਲ ਕਰਦੇ ਦੱਸਦੇ ਹਾਂ, ਉਹ ਸਾਇੰਸ ਨੂੰ ਮਾਨਤਾ ਦਿੰਦੇ ਆ, ਸਤਿਕਾਰ ਹੈ ਸਾਇੰਸ ਦਾ, ਕਿਉਂਕਿ ਸਾਇੰਸ ਨੇ ਬਹੁਤ ਸਾਰੀ ਤਰੱਕੀ ਕੀਤੀ ਹੈ, ਪਰ ਬਹੁਤ ਕੁਝ ਮਨੁੱਖ ਦੇ ਵਾਸਤੇ, ਮਨੁੱਖ ਦੇ ਜੀਵਨ ਵਾਸਤੇ ਨੁਕਸਾਨਦਾਇਕ ਵੀ ਪੈਦਾ ਕਰ ਦਿੱਤਾ। ਉਹਦਾ ਅਸੀਂ ਵੇਖਦੇ ਹਾਂ ਕਿ ਕੁਦਰਤ ਦੇ ਨਾਲ ਛੇੜਛਾੜ ਕਰਨ ਦੇ ਨਾਲ ਕੀ ਭਾਣਾ ਵਾਪਰ ਰਿਹਾ ਅੱਜ ਉਹੀ ਕੁਝ ਤੇ ਸਾਡੇ ਜਿਹੜਾ ਇਹ ਆਪਸ ਦੇ ਵਿੱਚ ਦੂਰੀਆਂ ਕਿਉਂ ਬਣਾਉਣੀਆਂ ਪਈਆਂ ਸਾਨੂੰ, ਕਿਉਂਕਿ ਇਹ ਕਰੋਨਾ ਵਾਇਰਸ ਵਰਗੀ ਬਿਮਾਰੀ ਵੀ ਜਿਹੜੀ ਹੈ ਉਸੇ ਦੀ ਹੀ ਇੱਕ ਉਪਜ ਹੈ। ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਬੜਾ ਖੁਸ਼ਹਾਲ ਮਨੁੱਖ ਨੂੰ ਕਰ ਦਿੱਤਾ ਹੈ, ਬੜਾ ਨੇੜੇ ਕਰ ਦਿੱਤਾ ਹੈ ਹਰ ਇੱਕ ਮਨੁੱਖ ਦੇ। ਪਰ ਅਸੀਂ ਪੂਰੇ ਜਗਤ ਨੂੰ, ਪੂਰੇ ਸੰਸਾਰ ਨੂੰ ਵੇਖ ਕੇ ਕਹਿ ਸਕਦੇ ਹਾਂ ਕਿ ਅੱਜ ਪੂਰਾ ਸੰਸਾਰ ਇੱਕ ਮੋਬਾਈਲ ਦੇ ਅੰਦਰ ਕੈਦ ਹੋ ਰਿਹਾ ਹੈ। ਉਹਦਾ ਕੀ ਕਾਰਨ ਹੈ? ਇਹ ਤਰੱਕੀ ਕੀਤੀ ਹੈ ਸਾਇੰਸ ਨੇ, ਪਰ ਸਾਇੰਸ ਨੂੰ ਮਾਨਤਾ ਦੇਣ ਵਾਲੇ ਇਹ ਗੱਲ ਜ਼ਰੂਰ ਸਮਝਣ ਕਿ ਤੁਹਾਡੇ ਸਾਹਮਣੇ ਜਿਹੜਾ ਧਰਮ ਪੇਸ਼ ਕੀਤਾ ਗਿਆ ਹੈ ਉਹ ਧਰਮ ਅਸਲ 'ਚ ਭਰਮ ਹੈ। ਧਰਮ ਜਾਂ ਭਰਮ, ਇਸ ਗੱਲ ਨੂੰ ਜ਼ਰੂਰ ਸਮਝੀਏ, ਕਿਉਂਕਿ ਜਿੰਨਾ ਚਿਰ ਅਸੀਂ ਇਸ ਗੱਲ ਨੂੰ ਸਮਝਾਂਗੇ ਨਹੀਂ, ਸਾਨੂੰ ਅਸਲੀ ਧਰਮ ਦੀ ਵਿਚਾਰ ਪ੍ਰਾਪਤ ਨਹੀਂ ਹੋ ਸਕਦੀ। ਮਹਾਰਾਜ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਿਹੜਾ ਧਰਮ ਗੁਰਮਤਿ ਦ੍ਰਿੜ ਕਰਵਾ ਰਹੀ ਹੈ ਉਹ ਕਰਮਕਾਂਡਾਂ ਵਾਲਾ ਨਹੀਂ, ਉਹ ਭੇਖਾਂ ਵਾਲਾ ਨਹੀਂ, ਉਹ ਇਹਨਾਂ ਅਖੌਤੀ ਵਿਚਾਰਧਾਰਾ ਵਾਲਾ ਨਹੀਂ ਜਿਹੜੀਆਂ ਆਪਸ ਦੇ ਵਿੱਚ ਲੜ ਰਹੀਆਂ ਨੇ, ਝਗੜਾ ਕਰ ਰਹੀਆਂ ਨੇ। ਉਹ ਤਾਂ ਸਾਂਝੀਵਾਲਤਾ ਦਾ ਸੁਨੇਹਾ ਹੈ। ਉਹ ਤਾਂ ਕੁਦਰਤ ਵਿੱਚ ਜਿਹੜਾ ਮੌਲ ਰਿਹਾ ਧਰਮ ਹੈ ਉਸੇ ਧਰਮ ਨੂੰ ਹੀ ਵਿਆਖਿਆ ਕਰਦੀ, ਕਿਉਂਕਿ ਸੱਚ ਧਰਮ ਹੈ ਤੇ ਸੱਚ ਨੂੰ ਹੀ ਗੁਰਮਤਿ ਦੇ ਅੰਦਰ ਪਰਮਾਤਮਾ ਕਿਹਾ ਹੈ। ਕਿਉਂਕਿ ਉੱਥੇ ਜਦੋਂ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ, ਸਾਚਾ ਸਾਹਿਬ ਸਾਚ ਨਾ ਹੈ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾ। ਉਹਦੀ ਪਰਮਾਤਮਾ ਦੀ ਭਾਸ਼ਾ, ਪਰਮਾਤਮਾ ਦੀ ਬੋਲੀ ਕਿਹੜੀ ਹੈ, ਬੜੀ ਪਿਆਰੀ ਹੈ ਤੇ ਪ੍ਰਭੂ ਸੱਚਾ ਹੈ। ਤੇ ਸੱਚ ਨੂੰ ਹੀ ਸਤਿਗੁਰੂ ਮਹਾਰਾਜ ਦੀ ਬਾਣੀ ਨੇ ਧਰਮ ਕਹਿ ਕੇ ਸਤਿਕਾਰ ਵਜੋਂ ਸਾਨੂੰ ਇਹ ਗੱਲ ਦ੍ਰਿੜ ਕਰਵਾਈ ਕਿ ਭਈ ਤੂੰ ਧਾਰਮਿਕ ਹੋਣਾ ਹੈ। ਇਹ ਸਭ ਤੋਂ ਵੱਡਾ ਪ੍ਰਸ਼ਨ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਕਿ ਧਰਮ ਕੀ ਹੈ। जी धर्म। अगला एक्चुअली मैं प्रश्न रख रहा हूँ तेरे सामने
ਸਮਾਂ ਸਾਡੇ ਕੋਲ ਥੋੜ੍ਹਾ ਘੱਟ ਹੀ ਹੈ ਅਤੇ ਤੁਸੀਂ ਸੰਖੇਪ ਵਿੱਚ ਉਸ ਦਾ ਜ਼ਰੂਰ ਉਸਦੇ ਬਾਰੇ ਜਾਣਕਾਰੀ ਦਿਓ, ਉਸਦੀ ਚਰਚਾ ਕਰਿਓ ਕਿ ਇੱਕ ਮਨੁੱਖ, ਇੱਕ ਵਿਅਕਤੀ ਅੱਜ ਦੇ ਦੌਰ ਵਿੱਚ ਕਿਵੇਂ ਧਾਰਮਿਕ ਜੀਵਨ ਜਿਉ ਸਕਦਾ ਹੈ ਅਤੇ ਕਿਵੇਂ ਆਪਣਾ ਜੀਵਨ ਸਚਿਆਰਾ ਬਣਾ ਸਕਦਾ ਹੈ। ਜਿਵੇਂ ਗੁਰਬਾਣੀ ਵਿੱਚ ਵੀ ਗੱਲ ਕੀਤੀ ਹੋਈ ਹੈ, ਇੱਕ ਧਾਰਮਿਕ ਜੀਵਨ ਨੂੰ ਇੱਕ ਸਚਿਆਰਾ ਜੀਵਨ ਦੱਸਿਆ ਗਿਆ ਹੈ। ਜਿਵੇਂ ਤੁਸੀਂ ਪਹਿਲੇ ਪ੍ਰਸ਼ਨ ਨੂੰ ਜਿਹੜਾ ਹੈ ਉਹ ਤੁਸੀਂ ਦੱਸਿਆ, ਥੋੜ੍ਹਾ ਸੰਖੇਪ ਵਿੱਚ ਤੁਸੀਂ ਇਸ ਪ੍ਰਸ਼ਨ ਦਾ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਇਹ ਪ੍ਰਸ਼ਨ ਉੱਠਿਆ ਵੀ ਧਾਰਮਿਕ ਜੀਵਨ, ਸਚਿਆਰਾ ਜੀਵਨ ਕਿਵੇਂ ਬਣਿਆ ਜਾ ਸਕਦਾ, ਕਿਉਂਕਿ ਧਰਮ ਸੱਚ ਹੈ ਅਤੇ ਸੱਚ ਰੂਪ ਧਰਮ ਨੂੰ ਕਿਵੇਂ ਪ੍ਰਾਪਤ ਕਰਕੇ ਅਤੇ ਜੀਵਨ ਨੂੰ ਖੁਸ਼ਹਾਲ ਕੀਤਾ ਜਾ ਸਕਦਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਰ ਹਰ ਰੋਜ਼ ਇਹ ਸਿੱਖ ਜਿਹੜਾ ਸ਼ਬਦ ਪੜ੍ਹਦਾ ਹੈ। ਪਹਿਲਾਂ ਉਹ ਧਰਮ ਦੀ ਵਿਆਖਿਆ ਕਰ ਦਿੱਤੀ ਆ ਕਿ ਜਿਹੜੇ ਧਰਮ ਦੇ ਵਿੱਚ ਕੀਤੇ ਜਾ ਰਹੇ ਨੇ ਕਰਮ ਕਾਂਡ। ਇੱਕ ਤਾਂ ਉਹ ਧਰਮ ਹੈ ਜਿਹਦੇ ਵਿੱਚ ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੇ ਚੁੱਪ ਨਾ ਹੋਵੇ, ਜੇ ਲਾਏ ਰਹਾ ਅਵਤਾਰ, ਭੁੱਖਿਆ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਪਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਉਹ ਧਰਮ ਦੇ ਜਿਹੜੇ ਕਰਮ ਕਾਂਡ ਨੇ ਉਹ ਚੱਲ ਰਹੇ ਨੇ ਸੰਸਾਰ ਅੰਦਰ, ਜਗਤ ਅੰਦਰ। ਅਤੇ ਸਤਿਗੁਰੂ ਮਹਾਰਾਜ ਨੇ ਜਿਹੜਾ ਨਕਲੀ ਧਰਮ ਹੈ ਉਸ ਨੂੰ ਪਿੱਛੇ ਕਰਕੇ ਅਸਲੀ ਧਰਮ ਜਿਹੜਾ ਵਾ ਦੋ ਦ੍ਰਿੜ ਕਰਵਾਇਆ ਵੀ ਸੱਚ ਧਰਮ ਹੈ। ਕਿਵੇਂ ਸਚਿਆਰਾ ਹੋਈਏ, ਫਿਰ ਇਹ ਸੱਚ ਨੂੰ ਪ੍ਰਾਪਤ ਕਰਕੇ ਕਿਵੇਂ ਸਚਿਆਰ, ਕਿਵੇਂ ਧਾਰਮਿਕ ਬਣੀਏ, ਕਿਵੇਂ ਇਸ ਸੱਚ ਰੂਪੀ ਧਰਮ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ ਅਤੇ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚੋਂ ਕੂੜ ਦੀ ਵਿਚਾਰਧਾਰਾ ਜਿਹੜੀ ਹੈ, ਕੂੜ ਦੀ ਜਿਹੜੀ ਕੰਧ ਹੈ ਉਹ ਟੁੱਟ ਸਕੇ। ਕਿਉਂਕਿ ਅੱਜ ਕੰਧ ਜਿਹੜੀ ਹੈ ਉਹ ਬਣ ਚੁੱਕੀ ਹੈ, ਵਿਕਾਰਾਂ ਦੀ ਕੰਧ ਹੈ, ਤ੍ਰਿਸ਼ਨਾ ਦੀ ਕੰਧ ਹੈ। ਆਪਸ ਦੇ ਵਿੱਚ ਇਹ ਉਲਝਣ ਵਾਲੀ ਜਿਹੜੀ ਵਿਚਾਰਧਾਰਾ ਹੈ ਇਹ ਉਸੇ ਦਾ ਹੀ ਇੱਕ ਰੂਪ ਹੈ। ਕੂੜ ਦੀ ਜਦੋਂ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਇਹ ਗੱਲ ਕਹੀ, ਮਹਾਰਾਜ ਕਹਿੰਦੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਜਾਣੀ ਕਿ ਅਸਲੀ ਧਰਮ ਨੇ ਹੀ, ਸੱਚ ਧਰਮ ਨੇ ਹੀ ਸਦਾ ਟਿਕੇ ਰਹਿਣਾ। ਇੱਕੋ ਧਰਮ ਦ੍ਰਿੜ ਸੱਚ ਕੋਈ ਦ੍ਰਿੜਤੇ ਕਰਕੇ ਵੇਖੇ ਆਪਣੇ ਜੀਵਨ ਦੇ ਵਿੱਚ ਵਸਾ ਕੇ ਤਾਂ ਵੇਖੇ, ਸਚਿਆਰ ਬਣ ਕੇ ਤਾਂ ਵੇਖੇ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੈ ਟੁੱਟੈ ਪਾੜ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਹੁਕਮ ਦੀ ਰਜ਼ਾ ਵਿੱਚ, ਪ੍ਰਭੂ ਦੀ ਰਜ਼ਾ ਵਿੱਚ ਸੰਸਾਰ ਦੀ ਹਰ ਸ਼ੈ ਚੱਲ ਰਹੀ। ਗਾਵੇ ਤੁਮ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਲਗਾਰੇ, ਗਾਵੇ ਚਿੱਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰ। ਹੁਣ ਇਹ ਪੂਰੀ ਦੀ ਪੂਰੀ ਸੋਦਰ ਦੀ ਜਿਹੜੀ ਇਹ ਬਾਣੀ ਆ, ਇਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰ ਦਿੱਤਾ ਜਿਹੜੀਆਂ ਕੁਦਰਤ ਦੇ ਵਿੱਚ ਪ੍ਰਭੂ ਦੇ ਹੁਕਮ ਵਿੱਚ ਚੱਲ ਰਹੀਆਂ। ਪਰ ਇਨਸਾਨ ਅੱਜ ਅਸੀਂ ਦੇਖਦੇ ਹਾਂ ਕਿ ਪ੍ਰਭੂ ਦੇ ਹੁਕਮ ਤੋਂ ਬਾਗੀ ਹੋਇਆ ਪਿਆ ਹੈ। ਇਸ ਹੁਕਮ ਨੂੰ ਸਮਝ ਕੇ, ਪ੍ਰਭੂ ਦੇ ਹੁਕਮ ਨੂੰ ਸਮਝ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਪਰ ਉਹ ਕਦੋਂ? ਜਦੋਂ ਪ੍ਰਭੂ ਨਦਰ ਕਰੇ, ਪ੍ਰਭੂ ਦੀ ਨਜ਼ਰੇ ਕਰਮ ਦਾ ਪਾਤਰ ਬਣ ਜਾਵੇ ਤਾਂ ਉਦੋਂ ਬਣਿਆ ਜਾ ਸਕਦਾ ਹੈ ਜਦੋਂ ਸੱਚ ਧਰਮ ਨੂੰ ਦ੍ਰਿੜ ਕਰਨਾ ਸ਼ੁਰੂ ਕਰ ਦੇਵੇ। ਇੱਕ ਫਕੀਰ ਉਹ ਪਹਾੜ ਦੀ ਸੈਰ ਕਰ ਰਿਹਾ ਸੀ। ਇਹ ਗੱਲ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ ਵਾਂ ਨਾ, ਇਸ ਦੇ ਵਿੱਚੋਂ ਸਾਨੂੰ ਬੜੀ ਪਿਆਰੀ ਜਿਹੜੀ ਆ ਅਧਿਆਤਮਿਕ ਅਤੇ ਸਮਾਜਿਕ ਸਿੱਖਿਆ ਪ੍ਰਾਪਤ ਹੁੰਦੀ ਹੈ। ਉਹ ਫਕੀਰ ਜਦੋਂ ਪਹਾੜ ਦੀ ਸੈਰ ਕਰ ਰਿਹਾ ਸੀ, ਉਹਦੇ ਨਾਲ ਉਹਦਾ ਇੱਕ ਚੇਲਾ ਵੀ ਸੀ। ਅਤੇ ਕੀ ਹੋਇਆ ਕਿ ਚੇਲਾ ਪਿੱਛੇ ਪਿੱਛੇ ਅਤੇ ਜਿਹੜਾ ਫਕੀਰ ਹੈ ਉਹ ਅੱਗੇ ਅੱਗੇ ਚੱਲ ਰਿਹਾ। ਇੱਕਦਮ ਅਚਾਨਕ ਧਿਆਨ ਥੜਕਿਆ ਚੇਲੇ ਦਾ ਅਤੇ ਉਹਦਾ ਪੈਰ ਜਿਹੜਾ ਇੱਕ ਪੱਥਰ ਦੇ ਨਾਲ ਟਕਰਾਇਆ। ਪੱਥਰ ਦੇ ਨਾਲ ਟਕਰਾਉਣ ਦੇ ਨਾਲ ਪੱਥਰ ਜਿਹੜਾ ਸੀ ਉਹ ਪਹਾੜ ਤੋਂ ਡਿੱਗਦਾ ਡੂੰਘੀ ਖੱਡ ਵਿੱਚ ਜਾ ਡਿੱਗਾ। ਅਤੇ ਜਦੋਂ ਉਹਦਾ ਪੈਰ ਟਕਰਾਇਆ ਉਹ ਵੀ ਡਿੱਗਣ ਲੱਗਾ ਅਤੇ ਉਹਨੇ ਇੱਕ ਰੁੱਖ, ਇੱਕ ਝਾੜੀ ਦੇ ਨਾਲ ਹੱਥ ਪਾ ਕੇ ਆਪਣੇ ਆਪ ਨੂੰ ਬਚਾਇਆ। ਫਕੀਰ ਨੇ ਮਗਰ ਭੌਂ ਕੇ ਵੇਖਿਆ, ਉਹਨੇ ਉਸ ਆਪਣੇ ਚੇਲੇ ਦੀ ਬਾਂਹ ਫੜ ਕੇ ਉਹਨੂੰ ਉਠਾਇਆ। ਕਹਿਣ ਲੱਗਾ, ਤੈਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ, ਤੈਨੂੰ ਕੋਈ ਸਰੀਰ 'ਤੇ ਕੋਈ ਚੋਟ ਤਾਂ ਨਹੀਂ ਆਈ? ਜਦੋਂ ਚੇਲੇ ਨੇ ਦੱਸਿਆ, ਭਈ ਫਕੀਰ ਜੀ, ਮਹਾਤਮਾ ਜੀ, ਮੈਂ ਤਾਂ ਟਕਰਾਇਆ ਪੱਥਰ ਦੇ ਨਾਲ, ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ, ਮੈਂ ਤਾਂ ਇਸ ਬੂਝੇ ਨੂੰ ਹੱਥ ਪਾ ਕੇ ਆਪਣੇ ਆਪ ਨੂੰ ਬਚਾ ਲਿਆ, ਪਰ ਜਿਸ ਪੱਥਰ ਦੇ ਨਾਲ ਮੈਂ ਟਕਰਾਇਆ ਉਹ ਪੱਥਰ ਡਿੱਗ ਗਿਆ। ਫਕੀਰ ਨੇ ਉੱਥੇ ਆਪਣੇ ਚੇਲੇ ਨੂੰ ਦੋ ਗੱਲਾਂ ਸਮਝਾਈਆਂ ਜਿਹੜੀਆਂ ਸਾਨੂੰ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਧਰਮ ਨੂੰ ਅਤੇ ਧਾਰਮਿਕ ਜੀਵਨ ਨੂੰ ਕਿਵੇਂ ਕਮਾਇਆ ਜਾ ਸਕਦਾ ਅਤੇ ਕਿੰਨਾ ਕੁ ਔਖਾ ਹੈ, ਇਹ ਗੱਲ ਸਮਝਣੀ ਜ਼ਰੂਰੀ ਹੈ। ਫਕੀਰ ਕਹਿਣ ਲੱਗੇ ਆਪਣੇ ਚੇਲੇ ਨੂੰ, ਕਹਿੰਦੇ ਦੇਖ, ਜਿਸ ਪੱਥਰ ਦੇ ਨਾਲ ਤੂੰ ਟਕਰਾਇਆ ਹੈ ਉਹ ਪੱਥਰ ਪਹਾੜ ਦੇ ਉੱਤੇ ਵੀ ਪੱਥਰ ਸੀ। ਹੋਇਆ ਕੀ ਕਿ ਡੂੰਘੀ ਖੱਡ ਵਿੱਚ ਜਾ ਡਿੱਗਾ, ਉੱਥੇ ਵੀ ਉਹ ਪੱਥਰ ਹੈ। ਪਰ ਜੇ ਕਿਤੇ ਤੂੰ ਡਿੱਗਦਾ, ਤੇਰੇ ਸਰੀਰ 'ਤੇ ਸੱਟਾਂ ਲੱਗ ਜਾਣੀਆਂ ਸੀ, ਤੇਰਾ ਰਹਿਣਾ ਕੱਖ ਨਹੀਂ ਸੀ। ਫਿਰ ਉੱਥੇ ਦੂਜੀ ਗੱਲ ਉਹਨੇ ਸਮਝਾਈ, ਕਹਿੰਦੇ ਬਿਲਕੁਲ ਇਸੇ ਤਰ੍ਹਾਂ ਧਾਰਮਿਕ ਜੀਵਨ ਹੈ ਕਿ ਮਨੁੱਖ ਸਾਰੀ ਉਮਰ ਧਰਮ ਕਮਾਉਂਦਾ ਰਹਿੰਦਾ ਹੈ, ਪਰ ਕੋਈ ਇੱਕ ਵਿਚਾਰਧਾਰਾ ਜਿਹੜੀ ਮੈੜੀ ਮਨ ਦੇ ਅੰਦਰ ਆ ਜਾਏ, ਨਿਰਮਲ ਜੀਵਨ ਨੂੰ ਪਤਿਤ ਕਰ ਦਿੰਦੀ ਹੈ। ਨਿਰਮਲ ਜੀਵਨ ਨੂੰ ਜਿਹੜੀ ਹੈ ਅਸਲ ਦੇ ਵਿੱਚ ਪਾਪਾਂ ਵਾਲੇ ਪਾਸੇ ਲੈ ਜਾਂਦੀ ਹੈ। ਰਸਾਤਲ ਦੀ ਡੂੰਘੀ ਖੱਡ ਵਿੱਚ ਮਨੁੱਖ ਨੂੰ ਜਾ ਡਿੱਗਦੀ ਹੈ। ਨਿਰਮਲ ਜੀਵਨ ਤੋਂ ਬਾਗੀ ਹੋਣ ਦੀ ਹੀ ਦੇਰ ਹੈ ਕਿ ਇੱਕ ਫੁਰਨਾ ਮਨੁੱਖ ਨੂੰ ਅਸਲ ਦੇ ਵਿੱਚ ਰਸਾਤਲ ਦੇ ਵਿੱਚ ਡੇਗ ਸਕਦਾ ਹੈ। ਇਹੀ ਗੱਲ ਸਤਿਗੁਰੂ ਦੀ ਬਾਣੀ ਸਾਨੂੰ ਬਾਰ-ਬਾਰ ਦ੍ਰਿੜ ਕਰਵਾ ਰਹੀ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ।
ਇਹ ਜਿਹੜਾ ਗੁਰਮਤਿ ਗਾਢੀ ਰਾਹ ਹੈ, ਜਿਹੜਾ ਗੁਰਮਤਿ ਧਰਮ ਬਖਸ਼ ਰਿਹਾ ਹੈ, ਇਹ ਧਰਮ ਦਾ ਅਸਲ ਦੇ ਵਿੱਚ ਵਿਸਥਾਰ ਬਹੁਤ ਹੈ। ਰੱਬੀ ਗੁਣਾਂ ਦੇ ਖਜ਼ਾਨੇ ਨੂੰ ਧਰਮ ਕਿਹਾ ਹੈ। ਨਿਰਭਉ, ਨਿਰਵੈਰ, ਪ੍ਰਭੂ ਦੀ ਦਇਆ, ਸੰਤੋਖ, ਇਹ ਜਿਤਨੇ ਵੀ ਰੱਬੀ ਗੁਣ ਆ, ਇਹ ਅਸਲ 'ਚ ਸਾਰਿਆਂ ਦਾ ਇਕੱਠ ਕਰਕੇ ਜੇ ਕਹੀਏ ਤਾਂ ਪ੍ਰਭੂ ਦਾ ਧਰਮ ਹੈ। ਪ੍ਰਭੂ ਨੇ ਇਹ ਧਰਮ ਮਨੁੱਖ ਨੂੰ ਜੀਵਨ ਦਾ ਆਸਰਾ ਬਣਾਉਣ ਵਾਸਤੇ ਬਖਸ਼ਿਸ਼ ਕੀਤਾ। ਅੱਜ ਅਸੀਂ ਦੇਖਦੇ ਹਾਂ ਵੱਡੇ ਵੱਡੇ ਸਰਮਾਏਦਾਰ ਜਿਹੜੇ ਪੈਸੇ ਵਾਲੇ ਨੇ, ਧਨ ਵਾਲੇ ਨੇ, ਧਨਵਾਨ ਨੇ ਜਿਹੜੇ, ਉਹ ਵੀ ਅੱਜ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ। ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ ਤੇ ਜਿਨ੍ਹਾਂ ਦੀ ਲੋਕ ਵੱਡੇ ਵੱਡੇ ਐਕਟਰ ਜਿਹੜੇ ਨੇ ਉਹ ਮੌਤ ਦੇ ਮੂੰਹ ਵਾਲੇ ਪਾਸੇ ਨੂੰ ਆਤਮ ਹੱਤਿਆ ਕਰ ਰਹੇ। ਕਿਉਂ? ਕਾਰਨ ਕੀ ਬਣ ਗਿਆ? ਕਾਰਨ ਇਹ ਬਣ ਗਿਆ ਜ਼ਿੰਦਗੀ ਵਿੱਚੋਂ ਧਰਮ ਖੱਪ ਲਾ ਕੇ ਉੱਡ ਗਿਆ। ਇਹੀ ਗੱਲ ਅੱਜ ਰਾਜਨੀਤਿਕ ਲੋਕਾਂ ਦੇ ਜੀਵਨ ਦੀ ਹਾਲਤ ਹੈ। ਸਤਿਗੁਰੂ ਦੀ ਬਾਣੀ ਨੇ ਇਹੀ ਤੇ ਸਾਨੂੰ ਦ੍ਰਿੜ ਕਰਵਾਇਆ। ਕੱਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਹੀਂ ਚੈ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ, ਹਨੇਰਾ ਪਸਰ ਗਿਆ ਹਰ ਪਾਸੇ। ਉਹ ਹਨੇਰਾ ਕਿਹੜਾ? ਇਹ ਕੂੜ ਦਾ ਹਨੇਰਾ। ਉਹ ਕਿਹੜਾ ਹਨੇਰਾ? ਅੱਜ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਹੋ ਰਹੇ ਆ? ਇਸੇ ਕਰਕੇ ਆਤਮ ਹੱਤਿਆ ਕਿਉਂ ਕਰ ਰਹੇ ਆ? ਇਸੇ ਕਰਕੇ ਕਿ ਅੰਦਰ ਉਹ ਆਸਰਾ ਧਰਮ ਵਾਲਾ ਪ੍ਰਾਪਤ ਹੀ ਨਹੀਂ ਕੀਤਾ। ਉਹ ਆਪਣੇ ਫਰਜ਼ ਨੂੰ ਪਹਿਚਾਨਿਆ ਹੀ ਨਹੀਂ ਕਿ ਫਰਜ਼ ਸੀ ਕਿ ਹਰੀ ਨੂੰ ਜਪ ਕੇ ਤੇ ਨਿਰਮਲ ਕਰਮ ਕਰਨੇ, ਧਨ ਇਕੱਠਾ ਕਰਨ ਵਾਲੇ ਪਾਸੇ ਤੁਰ ਪਏ। ਸਤਿਗੁਰੂ ਜੀ ਇਹ ਜ਼ਿੰਦਗੀ ਦੇ ਵਿੱਚ ਦ੍ਰਿੜ ਕਰਵਾਉਂਦੇ ਆ ਕਿ ਭਈ ਮਾਨਸ ਜਨਮ ਬਹੁਤ ਦੁਰਲੱਭ ਹੈ, ਪਰ ਇਸ ਨੂੰ ਕਿਵੇਂ ਗੁਜ਼ਾਰਨਾ ਹੈ, ਕਿਵੇਂ ਬਤੀਤ ਕਰਨਾ ਹੈ, ਇਹ ਮਨੁੱਖ ਨੂੰ ਸੋਝੀ ਨਹੀਂ। ਇਹ ਧਾਰਮਿਕ ਗ੍ਰੰਥਾਂ ਵਿੱਚੋਂ ਜਾਂ ਸਤਿਪੁਰਸ਼ਾਂ ਦੇ ਜੀਵਨ ਵਿੱਚੋਂ ਹੀ ਪ੍ਰਾਪਤ ਹੋ ਸਕਦੀ। ਇੱਕ ਗੱਲ ਮੈਂ ਜਾਂਦੀ ਸਾਂਝੀ ਕਰਦੇ ਹਾਂ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ। ਸੋਚੋ ਕਿ 35 ਮਹਾਂਪੁਰਖਾਂ ਜਿਹੜੇ ਨੇ ਵੱਖੋ ਵੱਖਰੇ ਇਲਾਕਿਆਂ ਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਜਿਤਨੇ ਵੀ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਿਆ, ਉਹਨਾਂ ਦੀ ਵਿਚਾਰਧਾਰਾ ਇੱਕਮਿਕ ਹੁੰਦੀ ਗਈ। ਉਹ ਇੱਕ ਵਿਚਾਰਧਾਰਾ ਬਣਦੀ ਸਮਝ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਧਰਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਸੱਚ ਰੂਪ ਧਰਮ ਹੈ, ਜਿਹੜੀ ਸਾਨੂੰ ਸੱਚ ਦੇ ਨਾਲ ਜੋੜ ਕੇ ਸਾਡੇ ਜੀਵਨ ਨੂੰ ਸਫਲ ਬਣਾ ਸਕਦੀ ਹੈ। ਇਸ ਕਰਕੇ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੀਏ। ਇਹੀ ਅੰਦਰ ਦੀ ਭਾਵਨਾ ਸਾਡੇ ਅੰਦਰ ਹੋਵੇ, ਕਿਉਂਕਿ ਗੁਰਬਾਣੀ ਪੜ੍ਹਨੀ, ਗੁਰਬਾਣੀ ਵਿਚਾਰਨੀ, ਗੁਰਬਾਣੀ ਸਮਝਣੀ ਤੇ ਗੁਰਬਾਣੀ ਨੂੰ ਜੀਵਨ ਦੇ ਵਿੱਚ ਢਾਲਣਾ, ਇਹੀ ਇੱਕ ਸਿੱਖ ਦਾ ਮਕਸਦ ਹੈ। ਔਰ ਗੁਰਬਾਣੀ ਅਨੁਸਾਰ ਚੱਲ ਕੇ ਸਾਂਝੀਵਾਲਤਾ ਦੀ ਗੱਲ ਕਰਨੀ, ਸਾਂਝੀਵਾਲਤਾ ਵਾਲੇ ਧਰਮ, ਸੱਚ ਧਰਮ ਦੀ ਗੱਲ ਕਰਨੀ, ਜਿਹਦੇ ਵਿੱਚ ਪਿਆਰ ਹੈ, ਮੁਹੱਬਤ ਹੈ, ਇਸ਼ਕ ਹੈ, ਉਹ ਵੀ ਰੱਬੀ ਹਕੀਕੀ ਇਸ਼ਕ ਹੈ, ਜਿਹਨੇ ਮਨੁੱਖ ਨੂੰ ਜਿਹੜੀ ਤੰਗ ਦਿਲੀ ਸੋਚ ਹੈ ਇਹਦੇ ਵਿੱਚੋਂ, ਸੌੜੀ ਸੋਚ ਵਿੱਚੋਂ ਕੱਢ ਕੇ ਅਸਲੀ ਤੇ ਸਰਵ ਵਿਆਪਕ ਸੋਚ ਜਿਹੜੀ ਹੈ, ਜਿਹੜੀ ਸਭ ਦਾ ਭਲਾ ਲੋਚਦੀ ਹੈ, ਸਰਬੱਤ ਦਾ ਭਲਾ ਲੋਚਦੀ ਹੈ, ਉਸ ਸੋਚ ਦੇ ਨਾਲ ਜੋੜਦੇ ਨੇ। ਬਿਲਕੁਲ ਭਾਈ ਸਾਹਿਬ। ਤੇ ਅਗਲੀ ਵੀਡੀਓ ਦਾ ਟੌਪਿਕ ਜਿਹੜਾ ਹੈ ਅਸੀਂ ਇਹ ਵੀ ਰੱਖ ਸਕਦੇ ਹਾਂ ਕਿ ਗੁਰਬਾਣੀ ਤੇ ਗੁਰਮਤਿ ਦੇ ਅਨੁਸਾਰ ਇੱਕ ਸਿੱਖ ਕੀ ਹੈ ਤੇ ਇੱਕ ਸਿੱਖ ਨੂੰ ਆਪਣਾ ਜੀਵਨ ਕਿਵੇਂ ਬਤੀਤ ਕਰਨਾ। ਬਿਲਕੁਲ, ਜਿਵੇਂ ਸਮਾਂ ਦੱਸੇਗਾ, ਜਿਵੇਂ ਸਮਾਂ ਸਤਿਗੁਰੂ ਮਹਾਰਾਜ ਬਖਸ਼ਣਗੇ, ਅਸੀਂ ਉਸ 'ਤੇ ਜ਼ਰੂਰ ਵਿਚਾਰ ਚਰਚਾ ਜਿਹੜੀ ਹੈ ਉਹ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਤੇ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਵੇਖਣ ਦੀ ਕੋਸ਼ਿਸ਼ ਕਰਿਓ, ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ, ਕਿਉਂਕਿ ਅੱਜ ਹਰ ਸਿੱਖ ਨੂੰ ਜਿਹੜਾ ਹੈ ਉਹ ਇਹ ਜਾਣਨ ਦੀ ਜ਼ਰੂਰਤ ਹੈ ਕਿ ਸਾਨੂੰ ਵੰਡਾਂ ਵਿੱਚ ਨਹੀਂ ਪੈਣਾ ਤੇ ਇੱਕ ਸਿੱਖ ਨੂੰ ਦੂਜੇ ਸਿੱਖ ਨੂੰ ਜਿਹੜਾ ਹੈ ਇੱਕ ਪ੍ਰੇਮ ਭਾਵ ਨਾਲ ਜਿਹੜਾ ਹੈ ਉਹ ਵੇਖਣਾ ਹੈ ਤੇ ਉਸ ਨੂੰ ਇੱਕ ਪ੍ਰੇਮ ਭਾਵ ਨਾਲ ਮਿਲਣਾ ਹੈ। ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੋ ਪਿਆਰੇ, ਭਾਵਨਾ ਇਹ ਹੋਣੀ ਚਾਹੀਦੀ ਹੈ। ਬਿਲਕੁਲ। ਤੇ ਅੱਜ ਵਿਚਾਰ ਕਰਦੇ ਹਾਂ ਭਾਈ ਸਾਹਿਬ ਕੋਲੋਂ ਬਿਲਕੁਲ ਤੇ ਦਾਸ ਕੋਲੋਂ ਜੋ ਵੀ ਭੁੱਲਾਂ ਹੋ ਗਈਆਂ ਹੋਣਗੀਆਂ ਤੇ ਸੰਗਤ ਬਖਸ਼ਣ ਯੋਗ ਹੈ, ਖਿਮਾ ਬਖਸ਼ਣੀ ਜੀ। ਤੇ ਆਪਾਂ ਜੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਅਗਲੀ ਵੀਡੀਓ ਵਿੱਚ ਮਿਲਾਂਗੇ ਤੇ ਕਿਸੇ ਬਹੁਤ ਹੀ ਇੱਕ ਜ਼ਰੂਰੀ ਵਿਸ਼ੇ 'ਤੇ ਚਰਚਾ ਜ਼ਰੂਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।